Hello students, welcome back to my YouTube channel. So let's start chapter number 4th and ਅਸੀਂ ਇਸ ਵੀਡੀਓ ਦੇ ਵਿੱਚ ਬੱਚੇ 3 ਮਾਰਕਸ ਦੇ ਕੁਐਸਚਨ ਡਿਸਕਸ ਕਰਨ ਜਾ ਰਹੇ ਹਾਂ. ਸੋ ਲੈਟਸ ਸਟਾਰਟ ਸ਼ਾਰਟ ਆਨਸਰ ਟਾਈਪ ਕੁਐਸਚਨਸ. ਸੋ ਸਾਡਾ ਅੱਜ ਦਾ ਕੁਐਸਚਨ ਹੈ, ਹਾਊ ਡਜ਼ ਪੋਵਰਟੀ ਇਨਫਲੂਐਂਸ ਦ ਡਿਵੈਲਪਮੈਂਟ ਆਫ ਨੇਸ਼ਨ. ਜਿਹੜੀ ਪੋਵਰਟੀ ਆ, ਗਰੀਬੀ ਆ, ਉਹ ਸਾਡੀ ਡਿਵੈਲਪਮੈਂਟ ਨੂੰ ਕਿੱਦਾਂ ਪ੍ਰਭਾਵਿਤ ਕਰਦੀ ਆ. ਸਭ ਤੋਂ ਪਹਿਲਾਂ ਤਾਂ ਬੱਚੇ ਤੁਹਾਨੂੰ ਪੋਵਰਟੀ ਲਿਖਣਾ ਪਏਗਾ ਕਿ ਗਰੀਬੀ ਹੁੰਦੀ ਕੀ ਚੀਜ਼ ਆ. ਪੋਵਰਟੀ ਰੈਫਰਸ ਟੂ ਦ ਕੰਡੀਸ਼ਨ ਆਫ ਹੈਵਿੰਗ insufficient resources, people living before poverty line. poverty line ਤੋਂ ਜਿਨ੍ਹਾਂ ਤੋਂ ਨੀਚੇ ਹੋਣ ਉਹਨਾਂ ਨੂੰ ਗਰੀਬੀ ਕਹਿ ਦਿੰਦੇ ਆ. ਜਿਵੇਂ ਕਿ ਜਿਨ੍ਹਾਂ ਤੋਂ ਰੋਟੀ ਕੱਪੜਾ ਮਕਾਨ ਵੀ ਨਾ ਹੋਵੇ. ਬੇਸਿਕਲੀ ਕੀ ਆ, ਕੱਪੜਾ ਤੇ ਰੋਟੀ ਦੋ ਚੀਜ਼ਾਂ ਇੱਦਾਂ ਦੀਆਂ ਜਿਹਨਾਂ ਨੂੰ ਅਸੀਂ ਪੋਵਰਟੀ ਲਾਈਨ ਤੋਂ ਨੀਚੇ ਗਿਣਦੇ ਹਾਂ. ਜਿਨ੍ਹਾਂ ਤੋਂ ਖਾਣ ਲਈ ਰੋਟੀ ਨਾ ਹੋਵੇ ਤੇ ਪਹਿਨਣ ਲਈ ਕੱਪੜਾ ਨਾ ਹੋਵੇ, ਉਹਨਾਂ ਨੂੰ ਅਸੀਂ ਗਰੀਬੀ ਕਹਿ ਦਿੰਦੇ ਹਾਂ, ਗਰੀਬ ਕਹਿ ਦਿੰਦੇ ਹਾਂ. ਠੀਕ ਹੈ. ਸੋ ਇਹਦੇ ਰੀਜ਼ਨਸ ਕੀ ਆ ਬੱਚੇ, ਗਰੀਬੀ ਕਿਉਂ ਆ. ਹੁਣ ਆਪਣੀ ਆਸ-ਪਾਸ ਸੋਚ ਕੇ ਦੇਖੋ ਕਿ ਕੋਈ ਬਹੁਤ ਜ਼ਿਆਦਾ ਗਰੀਬ ਆ, ਇੰਨਾ ਜ਼ਿਆਦਾ ਗਰੀਬ ਜੇ ਤੋਂ ਘਰ ਨਹੀਂ ਆ, ਉਹ ਸੜਕਾਂ 'ਤੇ ਰਹਿ ਰਿਹਾ ਆ. ਉਹਨਾਂ ਦੀ ਗਰੀਬੀ ਦਾ ਕਾਰਨ ਕੀ ਆ. ਸੋ ਪਹਿਲਾ ਕਾਰਨ ਹੈ ਬੱਚੇ ਪਾਪੂਲੇਸ਼ਨ ਐਕਸਪਲੋਜਨ, ਕਿ ਜਨਸੰਖਿਆ ਹੀ ਇੰਨੀ ਜ਼ਿਆਦਾ ਵੱਧ ਗਈ ਕਿ ਗੌਰਮੈਂਟ ਉਹਨਾਂ ਵੱਲ ਧਿਆਨ ਹੀ ਨਹੀਂ ਦੇ ਪਾ ਰਹੀ. ਇੰਨੀ ਜ਼ਿਆਦਾ ਆਪਣਾ ਇੰਡੀਆ ਹੀ ਲਾ ਲਓ ਬੱਚੇ, ਇੰਨੀ ਜ਼ਿਆਦਾ ਜਨਸੰਖਿਆ ਆ ਕਿ ਜਿਹੜੀ ਮਿਡਲ ਕਲਾਸ ਫੈਮਿਲੀ ਆ ਸਮ ਟਾਈਮ ਉਹ ਵੀ ਰੁਲ ਜਾਂਦੀ ਆ. ਤਾਂ ਜਿਹੜੇ ਬਹੁਤ ਜ਼ਿਆਦਾ ਗਰੀਬ ਆ, ਪਾਵਰਟੀ ਲਾਈਨ ਤੋਂ ਨੀਚੇ ਆ, ਉਹ ਤਾਂ ਕਹਿ ਲਓ ਸਰਕਾਰ ਦੇ ਲਈ ਵੀ ਇੱਕ ਮੁਸੀਬਤ ਹੁੰਦੀ ਆ ਕਿ ਸਰਕਾਰ ਉਹਨਾਂ ਵੱਲ ਧਿਆਨ ਹੀ ਨਹੀਂ ਦੇ ਪਾਉਂਦੀ, ਕਿਉਂਕਿ ਸਰਕਾਰ ਆਪਣੀ ਜੋ ਇੰਡੀਆ ਆ ਉਹ ਡਿਵੈਲਪਿੰਗ ਕੰਟਰੀ ਆ, ਡਿਵੈਲਪ ਹਲੇ ਹੋ ਰਹੀ ਆ. ਸੋ ਪ੍ਰੋਪਰ ਵੇ ਨਾਲ ਡਿਵੈਲਪ ਨਹੀਂ ਆ ਕਿ ਉਹ ਛੋਟੀ ਤੋਂ ਛੋਟੇ ਕਹਿ ਲਓ ਚੀਜ਼ਾਂ ਦਾ ਵੀ ਧਿਆਨ ਰੱਖ ਸਕੇ. ਇੰਨੀ ਹਲੇ ਸਰਕਾਰ ਸਾਡੇ ਇੰਨੀ ਉਹਨਾਂ ਦੇ ਵਿੱਚ ਕੈਪੈਸਿਟੀ ਨਹੀਂ ਆ. ਸੈਕਿੰਡ ਰੀਜ਼ਨ ਆਪਾਂ ਲਿਖ ਸਕਦੇ ਹਾਂ ਅਨਈਕੁਅਲ ਡਿਸਟਰੀਬਿਊਸ਼ਨ ਆਫ ਰਿਸੋਰਸਿਸ. ਬੱਚੇ ਰਿਸੋਰਸਿਸ ਦੀ ਜੋ ਡਿਵੈਲਪਮੈਂਟ ਡਿਸਟਰੀਬਿਊਸ਼ਨ ਆ ਉਹ ਇਕੁਅਲ ਨਹੀਂ ਆ. ਕਿਤੇ ਲੋਹਾ ਜ਼ਿਆਦਾ ਆ ਕਿਸੇ ਦੇਸ਼ ਦੇ ਵਿੱਚ, ਕਿਸੇ ਦੇਸ਼ ਕੋ ਕਹਿ ਲਓ ਪਾਣੀ ਦੀ ਜ਼ਿਆਦਾ ਆ, ਕਿਤੇ ਸੋਨਾ ਚਾਂਦੀ ਜ਼ਿਆਦਾ. ਇਹ ਸਾਰੇ ਰਿਸੋਰਸਿਸ ਆ. ਠੀਕ ਹੈ. ਸੋ ਅਲੱਗ-ਅਲੱਗ ਕਹਿ ਲਓ ਰਿਸੋਰਸਿਸ ਜਿਹੜੇ ਆ ਉਹ ਇਕੁਅਲੀ ਡਿਸਟਰੀਬਿਊਸ਼ਨ ਨਹੀਂ ਆ. ਇਹਨਾਂ ਵੀ ਗਰੀਬੀ ਆ. ਜਿਸ ਦੇਸ਼ ਦੇ ਵਿੱਚ ਬੱਚੇ ਹੁਣ ਰਿਸੋਰਸਿਸ ਜ਼ਿਆਦਾ ਆ, ਡੈਫੀਨੇਟਲੀ ਉਹ ਵਾਲਾ ਦੇਸ਼ ਜ਼ਿਆਦਾ ਅਮੀਰਾਂ ਦੇ ਵਿੱਚ, ਡਿਵੈਲਪਡ ਵਿੱਚ ਕੰਟਰੀਜ਼ ਦੇ ਵਿੱਚ ਕਹਿ ਲਓ ਕਾਊਂਟ ਹੋਏਗਾ. ਜਿੱਥੇ ਸਾਡੇ ਕੋਲ ਰਿਸੋਰਸਿਸ ਘੱਟ ਆ ਤਾਂ ਡੈਫੀਨੇਟਲੀ ਹੁਣ ਜਿੱਦਾਂ ਬੇਸਿਕ ਨੀਡ ਆ ਬੱਚੇ ਪੈਟਰੋਲ, ਇਹ ਵੀ ਅਸੀਂ ਬਾਹਰੋਂ ਮੰਗਵਾਉਂਦੇ ਹਾਂ. ਇਹਦਾ ਮਤਲਬ ਜਿਹੜੀ ਬੇਸਿਕ ਕਹਿ ਲਓ ਅੱਜ ਕੱਲ੍ਹ ਦੀ ਜ਼ਰੂਰਤ ਆ ਪੈਟਰੋਲ, ਘਰ ਘਰ ਦੀ ਪੈਟਰੋਲ ਇੱਕ ਜ਼ਰੂਰਤ ਆ, ਉਹ ਵੀ ਅਸੀਂ ਬਾਹਰੋਂ ਮੰਗਵਾਉਂਦੇ, ਸਾਡੇ ਕੋਲ ਆਪਣਾ ਨਹੀਂ ਆ. ਸੋ ਇਹਦਾ ਮਤਲਬ ਅਸੀਂ ਉੱਤੇ ਜ਼ਿਆਦਾ ਪੈਸਾ ਖਰਚ ਕਰਕੇ ਉਹਨੂੰ ਮੰਗਵਾਵਾਂਗੇ. ਅਗਲਾ ਕਾਰਨ ਅਸੀਂ ਲਿਖ ਸਕਦੇ ਹਾਂ ਕਿ ਲੋਕਾਂ ਵਿੱਚ ਪੜ੍ਹੇ ਲਿਖੇ ਨਹੀਂ ਹੈਗੇ. ਸੋ ਐਜੂਕੇਸ਼ਨ ਦੀ ਕਮੀ ਹੋਣ ਕਰਕੇ ਵੀ ਜਿਹੜੀ ਆਪਣੀ ਗਰੀਬੀ ਆਉਂਦੀ ਆ. ਹੁਣ ਤੁਸੀਂ ਆਪਣੇ ਆਲੇ ਦੁਆਲੇ ਅਗੇਨ ਧਿਆਨ ਮਾਰ ਕੇ ਦੇਖ ਲਓ, ਆਪਣਾ ਪੰਜਾਬ ਫਿਰ ਵੀ ਇੰਨਾ ਜ਼ਿਆਦਾ ਗਰੀਬ ਨਹੀਂ ਆ, ਪਰ ਫਿਰ ਵੀ ਲੋਕ 10 ਪੜ੍ਹ ਕੇ ਕਹਿ ਦਿੰਦੇ ਆ ਵੀ ਕੁੜੀਆਂ ਨੇ ਬਹੁਤ ਪੜ੍ਹ ਲਿਆ, ਮੁੰਡਿਆਂ ਨੇ ਬਹੁਤ ਪੜ੍ਹ ਲਿਆ, ਇਹ ਹੁਣ ਕਿਸੇ ਕੰਮ 'ਤੇ ਲੱਗ ਜਾਣ, ਕਿਸੇ ਦੁਕਾਨ 'ਤੇ ਲੱਗ ਜਾਣ, ਜਾਂ ਕੁੜੀਆਂ ਦਾ ਵਿਆਹ ਕਰ ਦਿਓ. ਠੀਕ ਹੈ. ਸੋ ਇੱਕ ਅਨਪੜ੍ਹਤਾ ਵੀ ਇੱਕ ਕਾਰਨ ਆ ਗਰੀਬੀ ਦਾ. ਅਗਰ ਪੜ੍ਹੇ ਲਿਖੇ ਹੋਣਗੇ ਤਾਂ ਚੰਗੀਆਂ ਨੌਕਰੀ 'ਤੇ ਲੱਗੂਗੇ, ਚੰਗੀ ਨੌਕਰੀ 'ਤੇ ਲੱਗੂਗੇ ਤਾਂ ਪੈਸਾ ਅੱਛਾ ਕਮਾਉਂਗੇ. ਪੈਸਾ ਅੱਛਾ ਕਮਾਉਂਗੇ ਤਾਂ ਡੈਫੀਨੇਟਲੀ ਤੁਹਾਡਾ ਘਰ-ਬਾਰ, ਤੁਹਾਡਾ ਰਹਿਣ ਸਹਿਣ ਸਾਰਾ ਕੁਝ ਹੀ ਡਿਵੈਲਪ ਹੋਏਗਾ. ਲਾਸਟ ਵਨ ਇਜ਼ ਰਹਿਣ ਦੇ ਲਾਇਕ ਤੋਂ ਵੱਧ ਹੋਣਾ. ਠੀਕ ਹੈ. ਸੋ ਹਾਈ ਕਾਸਟ ਆਫ ਲਿਵਿੰਗ. ਮੰਨ ਲਓ ਤੁਹਾਡੇ ਕੋਲ ਪੈਸਾ ਉਨਾ ਜ਼ਿਆਦਾ ਨਹੀਂ ਆ, ਬਟ ਤੁਹਾਡੀ ਜਿਹੜੀਆਂ ਹੋਪਸ ਆ ਬਹੁਤ ਜ਼ਿਆਦਾ ਆ. ਮੰਨ ਲਓ ਤੁਸੀਂ 10,000 ਰੁਪਇਆ ਮਹੀਨੇ ਦਾ ਕਮਾ ਰਹੇ ਆ, ਉਹਦੇ ਵਿੱਚੋਂ ਕਹਿ ਲਓ ਵੀ ਕੱਪੜੇ 5,000 ਦੇ ਤੁਸੀਂ ਖਰੀਦ ਲਏ, ਤਾਂ 5,000 ਵਿੱਚ ਬਾਕੀ ਸਾਰੀ ਫੈਮਿਲੀ ਨੂੰ ਅਸੀਂ ਦੇਖਣਾ ਆ, ਜਾਂ ਕਹਿ ਲਓ ਅਸੀਂ ਖਰਚਾ ਚੱਕਣਾ ਆ. ਸੋ ਉਹ ਵੀ ਇੱਕ ਰੀਜ਼ਨ ਬਣਦਾ ਜਾ ਰਿਹਾ ਕਿ ਲੋਕ ਜਿਹੜੇ ਆ ਉਹਨਾਂ ਦੀ ਜੋ ਸਟੈਂਡਰਡ ਆ, ਲਿਵਿੰਗ ਸਟੈਂਡਰਡ ਆ, ਉਹ ਹਾਈ ਕਰਦੇ ਜਾ ਰਹੇ ਆ, ਬਟ ਆਪਣੀ ਮੇਨ ਕਹਿ ਲਓ ਸੋਰਸ ਆਫ ਇਨਕਮ ਨਹੀਂ ਦੇਖਦੇ ਹੈਗੇ. ਠੀਕ ਹੈ. ਉਹ ਵੀ ਇੱਕ ਕਾਰਨ ਬਣਦਾ ਜਾ ਰਿਹਾ. ਅੱਗੇ ਦੇਖੋ, ਪੋਵਰਟੀ ਲੀਡਸ ਟੂ ਦਾ malnutrition, ਅੰਡਰ ਡਿਵੈਲਪਮੈਂਟ ਆਫ ਪੀਪਲ. ਬੱਚੇ ਇਹ ਸਾਰੇ ਰੀਜ਼ਨਸ ਆ ਮੇਨ. ਠੀਕ ਹੈ. ਸੋ ਪੰਜਾਬੀ ਵਾਲੇ ਉਹਨੂੰ ਇਸ ਤਰੀਕੇ ਨਾਲ ਲਿਖੂੰਗੇ, ਸਿੰਪਲ ਉਹਦੀ ਡੈਫੀਨੇਸ਼ਨ, ਉਹਦਾ ਕਾਰਨ ਦੱਸੂਗੇ. ਗਰੀਬੀ ਦੇ ਕਾਰਨ ਲੋਕਾਂ ਦਾ ਘੱਟ ਵਿਕਸਿਤ ਭੋਜਨ ਦੇ ਪੌਸ਼ਟਿਕ ਪਦਾਰਥਾਂ ਦੀ ਘਾਟ. ਫੋਰ ਐਗਜ਼ਾਮਪਲ ਉਹਨਾਂ ਦੇ ਵਿੱਚ ਕੀ ਹੋ ਜਾਂਦੀ ਆ, ਨਿਊਟ੍ਰੀਸ਼ਨਸ ਦੀ ਕਮੀ ਆ ਜਾਂਦੀ ਆ. ਠੀਕ ਹੈ. ਅੱਗੇ ਆ ਅਨਪੜ੍ਹਤਾ. ਉਹ ਕੀ ਆ, ਅਨਐਜੂਕੇਟਡ ਹੋਣ ਕਰਕੇ ਕੀ ਆ, ਉਹਨਾਂ ਦੇ ਵਿੱਚ ਉਨੀ ਡਿਵੈਲਪਮੈਂਟ ਨਹੀਂ ਹੋ ਪਾ ਰਹੀ. ਸੋ ਬੇਰੁਜ਼ਗਾਰੀ ਵੱਧਦੀ ਜਾ ਰਹੀ ਆ, ਕਿਉਂਕਿ ਪੜ੍ਹੇ ਲਿਖੇ ਘੱਟ ਆ, ਜਾਂ ਕਹਿ ਲਓ ਆਪਣੀ ਫੈਕਟਰੀਜ਼ ਤਾਂ ਬਹੁਤ ਸਾਰੀਆਂ, ਬਟ ਫਿਰ ਵੀ ਅੱਜ ਜਨਸੰਖਿਆ ਇੰਨੀ ਜ਼ਿਆਦਾ ਵੱਧ ਰਹੀ ਆ ਕਿ ਬੇਰੁਜ਼ਗਾਰੀ ਵੀ ਉਹਦੇ ਨਾਲ ਨਾਲ ਹੀ ਵੱਧ ਰਹੀ ਆ. ਜਿੱਥੇ ਇੱਕ ਬੰਦੇ ਦੀ ਲੋੜ ਆ ਉੱਥੇ 10 ਬੰਦੇ ਖੜੇ ਆ. ਸੋ ਇੱਕ ਬੰਦੇ ਨੂੰ ਵੀ ਪੈਸੇ ਘੱਟ ਦੇ ਕੇ ਅਸੀਂ ਆਰਾਮ ਨਾਲ ਕੰਮ ਕਰਵਾ ਰਹੇ ਹਾਂ. ਠੀਕ ਆ. ਉੱਥੇ ਬੇਰੁਜ਼ਗਾਰੀ ਵੀ ਵੱਧ ਰਹੀ ਆ. ਇਹੀ ਆਰਥਿਕ ਤੇ ਸਮਾਜਿਕ ਵਿਕਾਸ ਵਿੱਚ ਰੋੜ ਆਇਆ. ਸੋ ਇਹੀ ਇੱਕ ਮੇਨ ਰੀਜ਼ਨ ਆ ਕਿ ਜਿਹੜਾ
ਸਾਡੀ ਇਕਨੋਮਿਕਲੀ ਡਿਵੈਲਪਮੈਂਟ ਨਹੀਂ ਹੋ ਰਹੀ, ਤੇ ਸੋਸ਼ਲ ਵੀ ਅਸੀਂ ਪਿੱਛੇ ਨੂੰ ਜਾ ਰਹੇ ਹਾਂ, ਸੋਸਾਇਟੀ ਵੀ ਸਾਡੀ ਪਿੱਛੇ ਨੂੰ ਜਾ ਰਹੀ ਆ, ਕਿਉਂਕਿ ਲੋਕ ਪੜ੍ਹੇ ਲਿਖੇ ਨਹੀਂ ਹੈਗੇ, ਲੋਕ ਕੰਮ ਨਹੀਂ ਕਰ ਰਹੇ, ਜਿਹਦੀ ਵਜ੍ਹਾ ਨਾਲ ਗਰੀਬੀ ਵੀ ਵੱਧਦੀ ਜਾ ਰਹੀ ਆ। ਠੀਕ ਹੈ, ਸੋ ਬੱਚੇ ਇਹ ਸਾਡਾ ਅੱਜ ਦਾ ਫਸਟ ਕੁਐਸਚਨ ਸੀ। ਸੋ ਜਿਹਨਾਂ ਨੂੰ ਕੁਛ ਨਾ ਸਮਝ ਲੱਗਿਆ ਹੋਵੇ ਤਾਂ ਤੁਸੀਂ ਪੁੱਛ ਸਕਦੇ ਆ। ਸੋ ਬੱਚੇ ਨੈਕਸਟ ਕੁਐਸਚਨ ਅਸੀਂ ਸਟਾਰਟ ਕਰਦੇ ਹਾਂ। ਰਾਈਟ ਅ ਸ਼ਾਰਟ ਨੋਟ ਔਨ ਦ ਰੋਲ ਆਫ ਐਜੂਕੇਸ਼ਨ ਇਨ ਡਿਵੈਲਪਮੈਂਟ। ਸੋ ਆਪਣੇ ਦਿਮਾਗ ਨਾਲ ਧਿਆਨ ਨਾਲ ਬੱਚੇ ਬੈਠ ਕੇ ਸੋਚੋ ਕਿ ਐਜੂਕੇਸ਼ਨ ਦੇ ਨਾਲ ਸਾਡੀ ਡਿਵੈਲਪਮੈਂਟ ਕਿਸ ਤਰੀਕੇ ਨਾਲ ਹੋ ਰਹੀ ਆ। ਅਗਰ ਤੁਹਾਨੂੰ ਇਹਦਾ ਆਨਸਰ ਨਹੀਂ ਲੱਭ ਰਿਹਾ ਤਾਂ ਆਰਾਮ ਨਾਲ ਅੱਖਾਂ ਬੰਦ ਕਰਕੇ ਸੋਚੋ ਕਿ ਜੇ ਤੁਸੀਂ ਨਹੀਂ ਪੜ੍ਹਦੇ, ਜੇ ਤੁਸੀਂ ਇੱਥੇ ਹੀ ਪੜ੍ਹਾਈ ਛੱਡ ਦਿੰਦੇ ਆ ਤਾਂ ਤੁਹਾਡਾ ਕੀ ਨੁਕਸਾਨ ਹੋਊਗਾ। ਮਤਲਬ ਤੁਸੀਂ ਕਿਉਂ ਪੜ੍ਹ ਰਹੇ ਆ, ਤੁਸੀਂ ਕਿਉਂ ਪੜ੍ਹ ਰਹੇ ਆ, ਇੱਥੋਂ ਤੁਹਾਨੂੰ ਆਨਸਰ ਲੱਭ ਜਾਏਗਾ। ਠੀਕ ਆ, ਪਹਿਲੀ ਗੱਲ, ਇਨ ਫਿਊਚਰ ਜਾ ਕੇ ਤੁਸੀਂ ਅਗਰ ਪੜ੍ਹੇ ਲਿਖੇ ਆ ਤਾਂ ਤੁਹਾਡੇ ਕੋਲ ਡਿਗਰੀ ਹੋਏਗੀ ਤਾਂ ਤੁਸੀਂ ਕੋਈ ਨਾ ਕੋਈ ਜੋਬ ਲੈ ਸਕਦੇ ਆ। ਦੂਸਰੀ, ਅਗਰ ਤੁਸੀਂ ਜੋਬ ਲਓਗੇ ਤਾਂ ਡੈਫੀਨੇਟਲੀ ਤੁਹਾਡੇ ਘਰ ਦੀ ਤਰੱਕੀ ਹੋਏਗੀ। ਤੀਸਰਾ, ਅਗਰ ਤੁਸੀਂ ਘਰ ਦੀ ਤਰੱਕੀ ਹੋਏਗੀ ਤਾਂ ਡੈਫੀਨੇਟਲੀ ਤੁਹਾਡੀ ਸੁਸਾਇਟੀ ਦੀ ਤਰੱਕੀ ਹੋਏਗੀ। ਠੀਕ ਹੈ, ਸੋ ਐਜੂਕੇਸ਼ਨ ਇੱਕ ਡਿਵੈਲਪਮੈਂਟ ਦਾ ਮੋਸਟ ਇੰਪੋਰਟੈਂਟ ਰੋਲ ਆ। ਅਗਰ ਜਿਸ ਦੇਸ਼ ਦੇ ਨਾਗਰਿਕ ਜ਼ਿਆਦਾ ਪੜ੍ਹੇ ਲਿਖੇ ਆ ਉਹ ਕੰਟਰੀ ਉਨੀ ਹੀ ਜ਼ਿਆਦਾ ਡਿਵੈਲਪਡ ਆ। ਠੀਕ ਹੈ, ਸੋ ਜ਼ਰੂਰੀ ਆ ਕਿ ਸਾਡੇ ਦੇਸ਼ ਦੇ ਅੰਦਰ ਗੁੱਡ ਐਜੂਕੇਸ਼ਨ ਸਿਸਟਮ ਹੋਣਾ ਚਾਹੀਦਾ ਆ। ਐਜੂਕੇਸ਼ਨ ਪਲੇਜ਼ ਅ ਵਿਕਟਰ ਰੋਲ ਇਨ ਦ ਡਿਵੈਲਪਮੈਂਟ ਆਫ ਅ ਕੰਟਰੀ। ਵਿਕਟਰ ਮੀਨਸ ਇੰਪੋਰਟੈਂਟ ਰੋਲ ਪਲੇ ਕਰਦੀ ਆ ਸਾਡੀ ਕੰਟਰੀ ਦੇ ਵਿੱਚ ਐਜੂਕੇਸ਼ਨ। ਨੈਕਸਟ ਦੇਖੋ, ਸੋ ਸਾਡੇ ਕੋਲ ਗੁੱਡ ਐਜੂਕੇਸ਼ਨ ਸਿਸਟਮ ਹੋਣੇ ਚਾਹੀਦੇ ਆ ਲਾਈਕ ਏਮਸ, IIMs, IIT ਐਕਸੈਕਟਰਾ। ਬੱਚੇ ਇਹ ਤੁਸੀਂ ਨਾਮ ਸੁਣੇ ਹੋਣਗੇ। ਠੀਕ ਹੈ, ਹੁਣ ਤੁਸੀਂ +1 ਕਲਾਸ 'ਚ ਹੋ ਗਏ ਆ ਤਾਂ ਮੈਨੂੰ ਉਮੀਦ ਆ ਕਿ ਤੁਸੀਂ ਐਟਲੀਸਟ 60 to 70% ਬੱਚਿਆਂ ਨੇ ਇਹਨਾਂ ਜਿਹੜੀਆਂ ਆ ਐਜੂਕੇਸ਼ਨਸ ਦੇ ਨਾਮ ਸੁਣੇ ਹੋਣਗੇ। ਠੀਕ ਹੈ, ਸੋ ਆ ਟੈਕਨੀਕਲ ਡਿਵੈਲਪਮੈਂਟ ਇਜ਼ ਐਡਵਾਂਸਡ ਡੇ ਬਾਈ ਡੇ। ਸੋ ਸਾਨੂੰ ਪਤਾ ਬੱਚੇ ਡੇ ਬਾਈ ਡੇ ਜਿਹੜੀ ਆ ਸਾਡੀ ਡਿਵੈਲਪਮੈਂਟ ਹੁੰਦੀ ਜਾ ਰਹੀ ਆ, ਨਵੀਂ ਟੈਕਨੋਲੋਜੀਜ਼ ਆ ਰਹੀਆਂ ਆ, ਚਾਹੇ ਐਗਰੀਕਲਚਰ ਲਾ ਲਓ, ਚਾਹੇ ਕਿਸੇ ਇੰਡਸਟਰੀਅਲ ਏਰੀਆ ਦੇ ਵਿੱਚ ਲਾ ਲਓ, ਚਾਹੇ ਸਾਡੇ ਘਰ ਦੇ ਸਿਸਟਮ ਦੇ ਵਿੱਚ ਵੀ ਲਾ ਲਓ। ਠੀਕ ਹੈ, ਪਹਿਲਾਂ ਲੋਕਾਂ ਕੋਲ TV ਹੁੰਦੇ ਸੀ, ਬਾਅਦ ਵਿੱਚ LED ਆ ਗਈ। ਹੁਣ ਦੇਖ ਲਓ ਪਹਿਲਾਂ ਦੀਆਂ ਫਰਿੱਜ ਕਿੱਦਾਂ ਦੀਆਂ ਹੁੰਦੀਆਂ ਸੀ, ਉਹਦੇ ਉੱਪਰ ਕੀ ਹੈ ਇੱਕ ਛੋਟਾ ਜਿਹਾ ਵੋਲਟਮੀਟਰ ਰੱਖਿਆ ਹੁੰਦਾ ਸੀ। ਹੁਣ ਦੀਆਂ ਦੇਖ ਲਓ ਤੁਸੀਂ ਫਰਿੱਜ ਜਿਹੜੇ ਰੈਫਰੀਜਰੇਟਰ ਆ ਕਿੰਨੀਆਂ ਅੱਛੀਆਂ ਆ ਰਹੀਆਂ ਆ, ਉਹਦਾ ਫਰੀਜ਼ਰ ਅਲੱਗ ਤੋਂ ਕੰਮ ਕਰ ਰਿਹਾ ਹੈ, ਨੀਚੇ ਵਾਲਾ ਪੋਰਸ਼ਨ ਬਿਲਕੁਲ ਅਲੱਗ ਹੁੰਦਾ, ਕੋਈ ਐਕਸਟਰਾ ਤਾਰ ਨਹੀਂ ਹੁੰਦੀ ਜਾਂ ਕੁਛ ਵੀ ਆ। ਮਤਲਬ ਹਰ ਇੱਕ ਟੈਕਨੋਲੋਜੀ ਦੇ ਵਿੱਚ ਕਾਫੀ ਜ਼ਿਆਦਾ ਡਿਵੈਲਪਮੈਂਟ ਹੋਈ ਆ। ਈਵਨ AC ਤੱਕ ਦੇ ਲਾ ਲਓ, ਈਵਨ ਅੱਜ ਕੱਲ੍ਹ ਤਾਂ ਹੁਣ ਇੱਦਾਂ ਦੇ ਵੀ AC ਆ ਰਹੇ ਆ, ਇੱਦਾਂ ਦਾ ਵੀ ਪ੍ਰੋਸੈਸ ਕਹਿ ਲਓ ਸਿਸਟਮ ਡਿਵਾਈਸ ਆ ਗਿਆ ਕਿ ਗਰਮੀਆਂ ਦੇ ਵਿੱਚ ਉਹ ਠੰਡੀ ਹਵਾ ਛੱਡਦਾ ਅਤੇ ਸਰਦੀਆਂ ਵਿੱਚ ਉਹ ਐਜ਼ ਅ ਹੀਟਰ ਦੀ ਤਰ੍ਹਾਂ ਕੰਮ ਕਰਦਾ। ਸੁਣਿਆ ਹੋਏਗਾ ਤੁਸੀਂ, ਇਹ ਚੀਜ਼ਾਂ ਦੇਖੀਆਂ ਹੋਣਗੀਆਂ। ਸੋ ਇਹ ਸਾਰਾ ਕੁਛ ਟੈਕਨੋਲੋਜੀ ਆ। ਟੈਕਨੋਲੋਜੀ ਤਾਂ ਹੀ ਹੋਏਗੀ ਜੇ ਸਾਡੇ ਲੋਕ ਪੜ੍ਹੇ ਲਿਖੇ ਹੋਣਗੇ, ਐਜੂਕੇਸ਼ਨ ਹੋਏਗੀ ਸਾਡੇ ਕੋਲ। ਠੀਕ ਹੈ, ਸੋ ਉਨਾ ਹੀ ਨਿਊ ਐਗਰੀਕਲਚਰ ਟੈਕਨੋਲੋਜੀਜ਼ ਆਉਣਗੀਆਂ, ਗਾਈਡਲਾਈਨਸ ਫਾਰਮਰਸ ਦੇ ਲਈ ਵਧੀਆ ਹੋਣਗੀਆਂ। ਸੋ ਨੰਬਰ 1 ਕੀ ਹੈ, ਐਜੂਕੇਸ਼ਨ ਮੇਕ ਪੀਪਲ ਮੋਰ ਅਵੇਅਰ। ਸੋ ਲੋਕਾਂ ਨੂੰ ਜ਼ਿਆਦਾ ਅਵੇਅਰ ਕਰਦਾ ਅਬਾਊਟ ਦਾ ਨੈਸ਼ਨਲ ਪ੍ਰੋਬਲਮਸ, ਜਿਹੜੀਆਂ ਜਿੱਥੇ ਪ੍ਰੋਬਲਮਸ ਆਉਂਦੀਆਂ ਉਹਨੂੰ ਕਿਸ ਤਰੀਕੇ ਨਾਲ ਹੈਂਡਲ ਕਰਨਾ। ਅਗਰ ਇੱਕ ਐਜੂਕੇਟਿਡ ਪਰਸਨ ਹੋਏਗਾ ਉਹ ਉਹਨੂੰ ਵਧੀਆ ਤਰੀਕੇ ਨਾਲ ਹੈਂਡਲ ਕਰ ਸਕਦਾ। ਹੁਣ ਤੁਸੀਂ ਦੇਖਦੇ ਆ ਬੱਚੇ ਜਿੰਨਾ ਆਪਣਾ ਕਹਿ ਲਓ ਕੋਵਿਡ ਕਰਕੇ ਕਿੰਨਾ ਆਪਣਾ ਮਾਹੌਲ ਠੀਕ ਹੈ ਚੱਲ ਰਿਹਾ ਆ। ਸੋ ਅਗਰ ਇੱਕ ਡਾਕਟਰ ਆ ਤਾਂ ਡਾਕਟਰ ਨੂੰ ਪਤਾ ਆ ਕਿ ਮੈਂ ਮਰੀਜ਼ ਨੂੰ ਕਿਸ ਤਰੀਕੇ ਨਾਲ ਦੇਖਣਾ ਆ, ਸਾਨੂੰ ਬੈੱਡ ਕਿਸ ਤਰੀਕੇ ਦੇ ਚਾਹੀਦੇ ਆ। ਸੋ ਇੱਕ ਜੋ ਪੜ੍ਹਿਆ ਲਿਖਿਆ ਬੰਦਾ ਆ ਜਾਂ ਇੱਕ ਡਾਕਟਰ ਆ ਉਹਨੂੰ ਹੀ ਉਸ ਮੁਸੀਬਤਾਂ ਦਾ ਪਤਾ ਹੁੰਦਾ। ਸੋ ਇਹ ਚੀਜ਼ਾਂ ਸਾਰਾ ਕੁਛ ਕੌਣ ਕਵਰ ਅਪ ਕਰਨ 'ਚ ਹੈਲਪ ਕਰਦਾ ਆ, ਐਜੂਕੇਸ਼ਨ। ਨੰਬਰ 2 ਕੀ ਆ, ਵੋਕੇਸ਼ਨਲ ਐਜੂਕੇਸ਼ਨ ਐਂਡ ਪ੍ਰੈਕਟੀਕਲ ਟ੍ਰੇਨਿੰਗ ਹੈਲਪਸ ਇਨ ਓਵਰਆਲ ਡਿਵੈਲਪਮੈਂਟ ਇਨ ਅ ਨੇਸ਼ਨ। ਹੁਣ ਬੱਚੇ ਵੋਕੇਸ਼ਨਲ ਐਜੂਕੇਸ਼ਨ ਕੀ ਹੁੰਦੀ ਆ, ਜਿਹੜੀ ਤੁਹਾਨੂੰ ਦੇਸ਼ ਦਾ ਵਿਕਾਸ ਕਰਨ ਦੇ ਵਿੱਚ ਵਾਧਾ ਕਰਨ 'ਚ ਹੈਲਪ ਕਰਦੀ ਆ। ਠੀਕ ਹੈ, ਉਹ ਵੋਕੇਸ਼ਨਲ ਐਜੂਕੇਸ਼ਨ ਹੁੰਦੀ ਆ। ਨੈਕਸਟ ਆ ਐਜੂਕੇਸ਼ਨ ਕ੍ਰੀਏਟਸ ਸਾਇੰਟੀਫਿਕ ਐਟੀਟਿਊਡ। ਸਾਇੰਟੀਫਿਕ ਐਟੀਟਿਊਡ ਮਤਲਬ ਸੋਚਣ ਸਮਝਣ ਦੀ ਸ਼ਕਤੀ ਦਿੰਦਾ। ਸਾਇੰਟੀਫਿਕ ਮਤਲਬ ਜ਼ਰੂਰੀ ਨਹੀਂ ਕਿ ਉਹ ਸਾਇੰਸ ਹੀ ਹੋਏਗੀ, ਮਤਲਬ ਸੋਚਣ ਸਮਝਣ ਦੀ ਸ਼ਕਤੀ ਪ੍ਰਦਾਨ ਕਰਦਾ ਆ ਕਿ ਹਾਂ ਇੱਦਾਂ ਕਿਉਂ ਹੋਇਆ, ਕਾਹਤੋਂ ਹੋਇਆ, ਇਹਨੂੰ ਅਸੀਂ ਕਿਸ ਤਰੀਕੇ ਨਾਲ ਠੀਕ ਕਰ ਸਕਦੇ ਹਾਂ। ਮਤਲਬ ਕਿ ਉਹਦੇ ਅਲੱਗ-ਅਲੱਗ ਤਰ੍ਹਾਂ ਦੇ ਅਪਰੋਚ ਲੱਭਣਾ। ਠੀਕ ਹੈ, ਲਾਸਟ ਵਨ ਇਜ਼ ਐਜੂਕੇਸ਼ਨ ਟੋਲਰੈਂਸ ਟੂਵਰਡਸ ਈਚ ਅਦਰ। ਹੁਣ ਐਜੂਕੇਸ਼ਨ ਸਾਨੂੰ ਸਹਿਣ ਸ਼ਕਤੀ ਵੀ ਪ੍ਰਦਾਨ ਕਰਦਾ ਆ। ਸਹਿਣ ਸ਼ਕਤੀ ਕਿਸ ਤਰ੍ਹਾਂ ਪ੍ਰਦਾਨ ਕਰਦਾ ਆ, ਅਗਰ ਇੱਕ ਐਜੂਕੇਟਿਡ ਪਰਸਨ ਹੋਏਗਾ, ਸੁਲਝਿਆ ਹੋਇਆ ਬੰਦਾ ਹੋਏਗਾ, ਉਹ ਕਿਸੇ ਵੀ ਮੁਸੀਬਤ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੂਗਾ। ਠੀਕ ਹੈ, ਸੋ ਤਾਂ ਹੀ ਕੋਸ਼ਿਸ਼ ਕਰੇਗਾ ਅਗਰ ਬੱਚੇ ਉਹਨੇ ਐਜੂਕੇਸ਼ਨ ਦੇ ਨਾਲ ਆਪਣਾ ਮਾਈਂਡ ਡਿਵੈਲਪ ਕੀਤਾ ਹੋਵੇ। ਠੀਕ ਆ, ਸੋ ਦਿਸ ਇਜ਼ ਦ ਮੋਸਟ ਇੰਪੋਰਟੈਂਟ ਰੋਲ ਆਫ ਐਜੂਕੇਸ਼ਨ ਇਨ ਡਿਵੈਲਪਮੈਂਟ। ਕਲੀਅਰ ਹੋ ਗਿਆ। ਸੋ ਇਹੀ ਸੇਮ ਬੱਚੇ ਪੰਜਾਬੀ ਮੀਡੀਅਮ ਦੇ ਵਿੱਚ ਆ,
ਕਿ ਦਿਨ ਪਰ ਦਿਨ ਜਿਹੜੀ ਤਰੱਕੀ ਹੋ ਰਹੀ ਹੈ ਖੇਤੀਬਾੜੀ ਦੇ ਵਿੱਚ ਵੀ ਅਸੀਂ ਨਵੇਂ ਤਕਨੀਕਾਂ ਦੀ ਵਰਤੋਂ ਕਰ ਰਹੇ ਹਾਂ। ਸੋ ਇਹਦੇ ਲਈ ਇੱਕ ਚੰਗੇ ਕਾਲਜਿਸ ਦਾ ਹੋਣਾ ਜ਼ਰੂਰੀ ਆ, IIT, IA, ਏਮਜ਼, ਠੀਕ ਹੈ, ਇਸ ਤਰ੍ਹਾਂ ਦੇ। ਸੋ ਸੇਮ ਪੁਆਇੰਟਸ ਲਿਖੇ ਹੋਏ ਆ ਅੱਗੇ ਫਰਦਰ, ਜੋ ਤੁਹਾਡੇ ਇਹ ਬੱਚੇ ਆਪਾਂ ਕੁਐਸਚਨ ਕਰ ਰਹੇ ਸੀ 3 ਮਾਰਕਸ ਦੇ। ਅਗਰ ਇਹਦੇ ਵਿੱਚ ਕਿਸੇ ਵੀ ਪੁਆਇੰਟ 'ਚ ਕੁਝ ਪ੍ਰੋਬਲਮ ਹੋਵੇ ਤਾਂ ਤੁਸੀਂ ਪੁੱਛ ਸਕਦੇ ਆ। ਬੱਚੇ ਨੈਕਸਟ ਕੁਐਸਚਨ ਨੰਬਰ 3 ਦੇਖੋ। ਕੁਐਸਚਨ ਨੰਬਰ 3 ਦੇ ਵਿੱਚ ਕੀ ਆ, what has gone wrong with our culture, social and ethical values। ਸੋ ਬੱਚੇ ਕਹਿੰਦੇ ਕੀ ਹੋ ਗਿਆ, ਕੀ ਗਲਤ ਕੀ ਹੋ ਗਿਆ ਸਾਡੇ ਸੋਸ਼ਲ ਦੇ ਨਾਲ, ਸਾਡੇ ਕਲਚਰ ਜਾਂ ਐਥੀਕਲ ਵੈਲਿਊਜ਼ ਦੇ ਨਾਲ ਕੀ ਗਲਤ ਹੋ ਰਿਹਾ ਆ, ਠੀਕ ਹੈ। ਸੋ ਮੁੱਖ ਕਾਰਨ ਕੀ ਆ ਇਹਨਾਂ ਦੇ। ਨੰਬਰ 1, ਸ਼ੁਰੂ ਤੋਂ ਲੋਕ ਇਕਜੁੱਟ ਹੋ ਕੇ ਸ਼ਾਂਤੀ ਨਾਲ ਰਹਿੰਦੇ ਸੀ। ਸਾਨੂੰ ਪਤਾ ਬੱਚੇ ਪੁਰਾਣੇ ਟਾਈਮ ਦੇ ਵਿੱਚ ਚਾਹੇ ਕਿਸੇ ਵੀ ਕਾਸਟ ਦੇ ਲੋਕ ਹੋਣ ਜਾਂ ਆਪਣੇ ਹੀ ਜਾਤ ਦੇ ਲੋਕ ਹੋਣ ਤਾਂ ਸਾਰੇ ਆਪਸ ਵਿੱਚ ਪਿਆਰ ਨਾਲ ਰਹਿੰਦੇ ਹੁੰਦੇ ਸੀ। ਅਗਰ ਕਿਸੇ ਦੇ ਘਰ ਕੋਈ ਖੁਸ਼ੀ ਦਾ ਮੌਕਾ ਹੁੰਦਾ ਸੀ ਤਾਂ ਸਾਰੇ ਰਲ ਕੇ ਮਨਾਉਂਦੇ ਸੀ। ਅਗਰ ਕਿਸੇ 'ਤੇ ਅਚਾਨਕ ਮੁਸੀਬਤ ਆ ਜਾਂਦੀ ਸੀ ਤਾਂ ਸਾਰੇ ਉਹਨੂੰ ਮਿਲ ਕੇ ਸੰਭਾਲਦੇ ਹੁੰਦੇ ਸੀ ਉਸ ਘਰ ਨੂੰ, ਠੀਕ ਹੈ। ਸੈਕਿੰਡ ਪੁਆਇੰਟ ਤੁਸੀਂ ਬਣਾ ਸਕਦੇ ਆ, ਉਹ ਵਾਤਾਵਰਨ ਦੀ ਦੇਖਭਾਲ ਕਰਦੇ ਸੀ। ਵਾਤਾਵਰਨ ਮਤਲਬ ਜੋ ਇੱਕ ਦੂਸਰੇ ਦੀ ਦੇਖ ਰੇਖ ਕਰਦੇ ਸੀ। ਪਹਿਲਾਂ ਪੇੜ ਪੌਦੇ ਲਗਾਏ ਜਾਂਦੇ ਸੀ, ਉਹਨਾਂ ਨੂੰ ਪੂਜਿਆ ਜਾਂਦਾ ਸੀ। ਸੋ ਕਹਿ ਲਓ ਵੀ ਵਾਤਾਵਰਨ ਦੀ ਉਹ ਚੀਜ਼ਾਂ ਦੀ ਦੇਖ ਰੇਖ ਕਰਦੇ ਸੀ। ਪਾਣੀ ਨੂੰ ਪੂਜਦੇ ਹੁੰਦੇ ਸੀ, ਤੁਹਾਨੂੰ ਪਤਾ ਕਿ ਸੂਰਜ ਨੂੰ ਪਾਣੀ ਦਿੰਦੇ ਹੁੰਦੇ ਸੀ। ਸੋ ਛੋਟੀ ਛੋਟੀਆਂ ਚੀਜ਼ਾਂ ਆ ਜਿਹੜੀਆਂ ਕਿ ਉਹ ਵਾਤਾਵਰਨ ਦੀ ਦੇਖ ਰੇਖ ਕਰਦੇ ਸੀ। ਥਰਡ ਪੁਆਇੰਟ, ਪਰ ਸਮੇਂ ਦੇ ਨਾਲ ਨਾਲ ਉਹ ਲਾਲਚੀ ਹੁੰਦੇ ਗਏ ਤੇ ਉਹ ਆਪਣੇ ਲਾਭ ਪਿੱਛੇ ਵਾਤਾਵਰਨ ਨੂੰ ਖਰਾਬ ਕਰਨਾ ਸ਼ੁਰੂ ਕਰ ਦਿੱਤਾ। ਫੋਰ ਐਗਜ਼ਾਮਪਲ ਕਿ ਉਹਨਾਂ ਨੇ ਦਰਖਤ ਕੱਟਣੇ ਸ਼ੁਰੂ ਕਰ ਦਿੱਤੇ। ਪਾਣੀ ਤੋਂ ਅਸੀਂ ਬਿਜਲੀ ਬਣਾਉਂਦੇ ਹਾਂ, ਸੋ ਪਾਣੀ ਨੂੰ ਬਿਜਲੀ ਬਣਾਉਣ ਦੇ ਲਈ ਅਸੀਂ ਖਰਾਬ ਕਰਨ ਲੱਗ ਗਏ, ਠੀਕ ਹੈ। ਸੋ ਜਿੰਨੇ ਵੀ ਸਾਡੇ ਕੋਲ ਰਿਸੋਰਸਿਸ ਆ ਉਹਨਾਂ ਨੂੰ ਅਸੀਂ ਆਪਣੇ ਲਾਲਚ ਦੇ ਲਈ ਕੀ ਆ ਲਗਾਤਾਰ ਇਹਨਾਂ ਦਾ ਸ਼ੋਸ਼ਣ ਕਰਦੇ ਜਾ ਰਹੇ ਹਾਂ। ਬੱਚੇ ਤੁਸੀਂ ਇਹਦੇ ਵਿੱਚ ਐਕਸਟਰਾ ਲਾਈਨਸ ਵੀ ਲਿਖ ਸਕਦੇ ਆ। ਸੋ ਟਰਾਈ ਕਰਿਓ ਕਿ ਅਗਰ ਤੁਸੀਂ ਐਕਸਟਰਾ ਲਿਖ ਸਕਦੇ ਆ ਤਾਂ ਅੱਛੀ ਗੱਲ ਹੈ, ਠੀਕ ਹੈ। ਸੋ ਫੋਰਥ ਪੁਆਇੰਟ ਤੁਸੀਂ ਲਿਖ ਸਕਦੇ ਆ, ਉਹਨਾਂ ਨੇ ਨੈਤਿਕ ਕਦਰਾਂ ਕੀਮਤਾਂ ਨੂੰ ਗਿਰਾ ਦਿੱਤਾ। ਨੈਤਿਕ ਕਦਰਾਂ ਕੀਮਤਾਂ ਮੀਨਸ ਜੋ ਬੇਸਿਕ ਵੈਲਿਊਜ਼ ਹੁੰਦੀਆਂ ਆ ਉਹ ਸਾਰਾ ਕੁਝ ਭੁੱਲ ਗਏ। ਫੋਰ ਐਗਜ਼ਾਮਪਲ ਸਾਨੂੰ ਜੰਗਲਾਂ ਨੂੰ ਨਹੀਂ ਕੱਟਣਾ ਚਾਹੀਦਾ, ਇੱਥੋਂ ਸਾਨੂੰ ਆਕਸੀਜਨ ਮਿਲਦੀ, ਬਟ ਅਸੀਂ ਜੰਗਲਾਂ ਨੂੰ ਕੱਟ ਰਹੇ ਹਾਂ, ਠੀਕ ਹੈ। ਸੋ ਉੱਥੋਂ ਕੀ ਅਸੀਂ ਲੱਕੜੀ ਦਾ ਸਮਾਨ ਬਣਾ ਰਹੇ ਹਾਂ। ਸੋ ਜੰਗਲਾਂ ਨੂੰ ਕੱਟ ਕੇ ਉੱਥੇ ਫੈਕਟਰੀਜ਼ ਲਗਾਈਆਂ ਜਾ ਰਹੀਆਂ, ਬਿਲਡਿੰਗਸ ਬਣਾਈਆਂ ਜਾ ਰਹੀਆਂ। ਸੋ ਅਸੀਂ ਆਪਣੇ ਫਾਇਦੇ ਦੇ ਲਈ ਅੱਜ ਵੀ ਆਹੀ ਕੁਛ ਕਰਦੇ ਜਾ ਰਹੇ ਹਾਂ। ਸੋ ਫਿਫਥ ਪੁਆਇੰਟ ਬਣਾ ਸਕਦੇ ਹਾਂ, ਉਹ ਪੱਛਮੀ ਸੱਭਿਆਚਾਰ ਨੂੰ ਅਪਣਾਉਣ ਲੱਗ ਪਏ, ਠੀਕ ਹੈ। ਹੁਣ ਅੱਜ ਕੱਲ੍ਹ ਦੇ ਬੱਚੇ ਆਪਣੇ ਆਪ 'ਤੇ ਹੀ ਲੈ ਕੇ ਦੇਖ ਲਓ ਕਿ ਸਾਨੂੰ ਇੰਡੀਅਨ ਕਲਚਰ ਘੱਟ ਪਸੰਦ ਆ, ਸਾਨੂੰ ਇੰਡੀਅਨ ਪਹਿਰਾਵਾ ਘੱਟ ਪਸੰਦ ਆ। ਪਰ ਸਾਡੇ ਜੋ ਪਹਿਰਾਵਾ ਆ, ਜੀਨਸ ਵੀ ਕਹਿ ਲਓ ਬੱਚੇ, ਸਾਰਾ ਹੀ ਕਹਿ ਲਓ ਵੈਸਟਰਨ ਕਲਚਰ ਆ, ਠੀਕ ਆ। ਅਸੀਂ ਵੈਸਟਰਨ ਕਲਚਰ ਵੱਲ ਜ਼ਿਆਦਾ ਅਟਰੈਕਟ ਹੋ ਰਹੇ ਹਾਂ। ਬੱਚੇ ਵੈਸਟਰਨ ਕਲਚਰ ਬਿਲਕੁਲ ਗਲਤ ਨਹੀਂ ਆ, ਠੀਕ ਹੈ। ਬੰਦਾ ਸੋਚ ਤੋਂ ਉੱਚਾ ਹੋਣਾ ਚਾਹੀਦਾ ਆ, ਨਾ ਕਿ ਪਹਿਰਾਵੇ ਤੋਂ। ਪਰ ਅਸੀਂ ਲੋਕ ਜ਼ਿਆਦਾਤਰ ਪਹਿਰਾਵੇ ਨੂੰ ਬੜਾਵਾ ਦਿੰਦੇ ਹਾਂ, ਠੀਕ ਹੈ। ਹੱਥ ਵਿੱਚ ਭਾਵੇਂ ਆਈਫੋਨ ਹੀ ਫੜਿਆ ਹੋਵੇ ਬਟ ਸਾਨੂੰ ਉਸ ਟੈਕਨੋਲੋਜੀ ਬਾਰੇ ਮੇਨ ਨੌਲੇਜ ਨਹੀਂ ਹੁੰਦੀ, ਠੀਕ ਹੈ। ਸੋ ਫੋਰ ਐਗਜ਼ਾਮਪਲ ਡਾਕਟਰ ਅੰਬੇਦਕਰ ਨੇ ਵੀ ਕਿਹਾ ਕਿ ਪੜ੍ਹੋ ਲਿਖੋ ਅਤੇ ਅੱਗੇ ਵਧੋ, ਬਟ ਅਸੀਂ ਉਹ ਚੀਜ਼ਾਂ ਨਹੀਂ ਕਰ ਰਹੇ। ਅਸੀਂ ਕੀ ਆ, ਕੋਈ ਵੀ ਆ ਗਿਆ, ਕਿਸੇ ਦਾ ਬਰਥਡੇ ਆ ਗਿਆ, ਕੋਈ ਚੀਜ਼ ਆ ਗਈ ਜਾਂ ਇੱਦਾਂ ਦਾ ਕੁਛ ਕਹਿ ਲਓ, ਅਸੀਂ ਉਹ ਕਿੰਨਾ ਧੂਮ-ਧਾਮ ਨਾਲ ਮਨਾਉਂਦੇ ਹਾਂ, ਬਟ ਅਸੀਂ ਐਜੂਕੇਸ਼ਨ ਨੂੰ ਬਹੁਤ ਪਿੱਛੇ ਛੱਡ ਗਏ, ਤਾਂ ਪੜ੍ਹ ਹੀ ਨਹੀਂ ਰਹੇ, ਠੀਕ ਹੈ। ਸੋ ਇਹਨਾਂ ਚੀਜ਼ਾਂ ਵੱਲ ਕੀ ਆ ਧਿਆਨ ਦੇਣਾ ਚਾਹੀਦਾ ਆ। ਲਾਸਟ ਵਨ ਆ ਜਾਏਗਾ, ਜੇਕਰ ਵਾਤਾਵਰਨ ਨੂੰ ਬਚਾਵਾਂਗੇ ਤਾਂ ਹੀ ਕਦਰਾਂ ਕੀਮਤਾਂ ਦੀ ਲੋੜ ਹੈ। ਵਾਤਾਵਰਨ ਨੂੰ ਬਚਾਉਣ ਲਈ, ਇਹ ਵਾਤਾਵਰਨ ਬੱਚੇ ਤਾਂ ਹੀ ਬਚੂਗਾ ਜੇ ਅਸੀਂ ਇਹਨਾਂ ਦੀ ਦੇਖ ਰੇਖ ਕਰਾਂਗੇ, ਅਸੀਂ ਪਾਣੀ ਨੂੰ ਗਲਤ ਵਰਤੋਂ ਨਹੀਂ ਕਰਾਂਗੇ, ਆਪਣੀ ਹਵਾ ਨੂੰ ਪੋਲਿਊਸ਼ਨ ਘੱਟ ਕਰਾਂਗੇ, ਠੀਕ ਹੈ। ਦਰਖਤਾਂ ਦੀ ਅੰਧੇਧੁੰਦ ਕਟਾਈ ਨਹੀਂ ਕਰਾਂਗੇ, ਭੋਖ-ਹੋੜ ਨਹੀਂ ਕਰਾਂਗੇ। ਸੋ ਇਹ ਸਾਰੀ ਚੀਜ਼ਾਂ ਦੀ ਸਾਨੂੰ ਵੈਲਿਊ ਹੋਣੀ ਚਾਹੀਦੀ ਆ। ਬੱਚੇ ਸੇਮ ਵਰਡਿੰਗ ਹੀ ਇੰਗਲਿਸ਼ ਮੀਡੀਅਮ ਦੇ ਵਿੱਚ ਆ। ਅਗਰ ਕਿਸੇ ਵਰਡਿੰਗ ਦੇ ਵਿੱਚ ਜਾਂ ਕੁਝ ਤੁਹਾਨੂੰ ਦਿੱਕਤ ਆਈ ਹੋਵੇ ਤਾਂ ਤੁਸੀਂ ਪੁੱਛ ਸਕਦੇ ਆ। So let's start question number 4 and this is the most important question। ਬੱਚੇ ਦੇ ਐਗਜ਼ਾਮ ਦੇ ਵਿੱਚ ਆਉਣ ਦੇ ਚਾਂਸਿਸ ਕਹਿ ਲਓ 80 to 90% ਹੁੰਦੇ ਆ। ਬੱਚੇ ਕੁਐਸਚਨ ਬਹੁਤ ਜ਼ਿਆਦਾ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ, ਚਾਹੇ ਸਪਟੰਬਰ ਐਗਜ਼ਾਮ ਹੋਣ, ਦਸੰਬਰ ਐਗਜ਼ਾਮ ਹੋਣ ਜਾਂ ਫਿਰ ਫਾਈਨਲ ਐਗਜ਼ਾਮ ਹੋਣ। ਏਡਸ ਦਾ ਕੁਐਸਚਨ ਕਹਿ ਲਓ ਬਹੁਤ ਜ਼ਿਆਦਾ ਪੁੱਛਿਆ ਜਾਂਦਾ ਹੈ। ਸਭ ਤੋਂ ਪਹਿਲਾਂ ਬੱਚੇ ਏਡਸ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਏਡਸ ਦੀ ਫੁੱਲ ਫਾਰਮ ਕੀ ਆ, ਹਿਊਮਨ ਇਮਿਊਨਿਟੀ ਡਿਫੀਸ਼ੀਐਂਸੀ ਵਾਇਰਸ। ਸੋ ਇਹ ਵੀ ਇੱਕ ਤਰ੍ਹਾਂ ਦਾ ਵਾਇਰਸ ਹੀ ਆ। ਸੋ ਇਹ ਵਾਇਰਸ ਇਹ ਬਿਮਾਰੀ ਉਨੀ ਹੀ ਖਤਰਨਾਕ ਆ ਜਿੰਨੀ ਕਿ ਕੈਂਸਰ ਆ, ਠੀਕ ਹੈ। ਸੋ
ਜਿੱਦਾਂ ਬੱਚੇ ਕੋਵਿਡ ਤੁਹਾਨੂੰ ਹੁਣ ਪਤਾ ਆ ਰੀਸੈਂਟਲੀ ਚੱਲ ਰਿਹਾ ਆ, ਜਿੱਦਾਂ ਇੱਕ ਤੋਂ ਦੂਸਰੇ ਬੰਦੇ ਨੂੰ ਫੈਲਦਾ ਆ। ਜਿਹੜਾ ਏਡਜ਼ ਵੀ ਇੱਕ ਪਰਸਨ ਤੋਂ ਦੂਸਰੇ ਪਰਸਨ ਨੂੰ ਫੈਲ ਸਕਦਾ ਆ, ਬਟ ਉਸ ਟੈਂਡੈਂਸੀ ਨਾਲ ਨਹੀਂ ਫੈਲਦਾ ਜਿੱਦਾਂ ਕੋਵਿਡ ਆ। ਕੋਵਿਡ ਤਾਂ ਕਹਿ ਲਓ ਕਿ ਹੱਥ ਲਗਾਏ 'ਤੇ ਵੀ, ਜਾਂ ਉਹਨਾਂ ਦੇ ਕਹਿ ਲਓ ਵਾਇਰਸ ਤਾਂ ਆਪਣੀ ਹੱਥ 'ਤੇ ਵੀ ਟੱਚ ਕਰ ਜਾਂਦੀ ਹੈ, ਤਾਂ ਦੂਸਰਾ ਬੰਦਾ ਆਪਣੀ ਨੋਜ਼ ਜਾਂ ਆਈਜ਼ ਨੂੰ ਹੱਥ ਲਗਾਉਂਦਾ ਤਾਂ ਕੋਵਿਡ ਉਹ ਤੋਂ ਵੀ ਫੈਲ ਸਕਦਾ। ਏਡਜ਼ ਜਿਹੜਾ ਆ ਕਿਸ ਤਰੀਕੇ ਨਾਲ ਫੈਲੇਗਾ? ਨੰਬਰ 1 ਇਜ਼ ਸੈਕਸ ਸੰਬੰਧ ਰਾਹੀਂ। ਅਗਰ ਕਿਸੇ ਇੱਕ ਲੇਡੀ ਨੂੰ ਕੋਈ ਮੰਨ ਲਓ ਏਡਜ਼ ਆ, ਅਗਰ ਉਹ ਕਿਸੇ ਜੈਂਟਸ ਦੇ ਨਾਲ ਸੈਕਸ ਰਿਲੇਸ਼ਨ ਬਣਾਉਂਦੀ ਆ ਤਾਂ ਡੈਫੀਨੇਟਲੀ ਉਸ ਪਰਸਨ ਨੂੰ ਏਡਜ਼ ਦੀ ਪ੍ਰੋਬਲਮ ਹੋ ਸਕਦੀ ਆ। ਸੈਕਿੰਡ 1 ਖਰਾਬ ਸੂਈਆਂ ਰਾਹੀਂ। ਮੰਨ ਲਓ ਉਹੀ ਇੱਕ ਪਰਸਨ ਜਿਹਨੂੰ ਏਡਜ਼ ਆ ਔਰ ਇੱਕ ਡਾਕਟਰ ਕੋਲ ਜਾਂਦਾ ਆ, ਔਰ ਡਾਕਟਰ ਕੋਲ ਜਾ ਕੇ ਇੰਜੈਕਸ਼ਨ ਲਗਵਾਉਂਦਾ, ਉਹੀ ਸੇਮ ਇੰਜੈਕਸ਼ਨ ਵਾਲੀ ਸੂਈ ਜਿਹੜੀ ਕਿਸੇ ਹੋਰ ਪੇਸ਼ੈਂਟ ਦੇ ਉੱਪਰ ਯੂਜ਼ ਕੀਤੀ ਜਾਵੇ ਤਾਂ ਉਹਨੂੰ ਵੀ ਏਡਜ਼ ਹੋਣ ਦੇ ਚਾਂਸਿਸ ਪੂਰੇ ਹੁੰਦੇ ਆ। ਤੁਸੀਂ ਦੇਖਿਆ ਹੋਣਾ ਬੱਚੇ, ਡਾਕਟਰ ਜਿੰਨੀ ਵਾਰ ਵੀ ਇੰਜੈਕਸ਼ਨਸ ਲਗਾਉਂਦੇ ਆ ਤਾਂ ਉਹ ਸੂਈ ਨੂੰ ਸੁੱਟ ਦਿੰਦੇ ਆ। ਉਹਦਾ ਰੀਜ਼ਨ ਹੀ ਇਹ ਆ ਕਿ ਅਗਰ ਇੱਕ ਬੰਦੇ ਦੇ ਖੂਨ 'ਚ ਕੋਈ ਇਨਫੈਕਸ਼ਨ ਆ ਜਾਂ ਕੋਈ ਵਾਇਰਸ ਆ ਤਾਂ ਡੈਫੀਨੇਟਲੀ ਉਹ ਦੂਸਰੇ ਬੰਦੇ ਦੀ ਬੋਡੀ ਦੇ ਵਿੱਚ ਚਲਾ ਜਾਏਗਾ। ਇਸ ਕਰਕੇ ਜਿੰਨੇ ਵੀ ਡਾਕਟਰਸ ਹੁੰਦੇ ਆ ਉਹ ਸੂਈ ਨੂੰ ਸੁੱਟ ਦਿੰਦੇ ਆ। ਠੀਕ ਹੈ, ਅਗਲਾ ਦੇਖੋ, ਖੂਨ ਦੇ ਸੰਪਰਕ ਨਾਲ। ਖੂਨ ਦੇ ਸੰਪਰਕ ਦੇ ਨਾਲ ਮੰਨ ਲਓ ਕਿਸੇ ਦੇ ਸੱਟ ਲੱਗ ਗਈ, ਠੀਕ ਹੈ, ਆਪਾਂ ਕੀ ਕਰਦੇ ਹਾਂ, ਕਈ ਵਾਰੀ ਅਚਾਨਕ ਉੱਤੇ ਉਹਨੂੰ ਆਪਣੀ ਜੀਭ ਲਗਾ ਕੇ ਉਹਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਕਈ ਵਾਰੀ ਆਪਾਂ ਅਚਾਨਕ ਕਹਿ ਲਓ ਵੀ ਕਿਸੇ ਦਾ ਬਲੱਡ ਸਾਡੇ ਕੰਟੈਕਟ ਵਿੱਚ ਆ ਜਾਂਦਾ ਆ। ਕਿਸ ਤਰੀਕੇ ਨਾਲ ਆ ਸਕਦਾ? ਮੰਨ ਲਓ ਤੁਹਾਡੇ ਕਿਤੇ ਪੈਰ 'ਤੇ ਸੱਟ ਲੱਗੀ ਹੋਈ ਆ, ਕਿਸੇ ਦੂਸਰੇ ਪਰਸਨ ਨੂੰ ਏਡਜ਼ ਆ ਔਰ ਉਹਦੇ ਵੀ ਪੈਰ 'ਤੇ ਅਚਾਨਕ ਸੱਟ ਲੱਗੀ ਤਾਂ ਉਹਦੇ ਖੂਨ ਦਾ ਤੁਪਕਾ ਤੁਹਾਡੇ ਜ਼ਖਮ ਦੇ ਉੱਪਰ ਗਿਰ ਗਿਆ, ਇਹਦਾ ਮਤਲਬ ਡਾਇਰੈਕਟ ਬਲੱਡ ਟੂ ਬਲੱਡ ਕੰਟੈਕਟ ਹੋ ਗਿਆ। ਸੋ ਇਹਦੇ ਨਾਲ ਵੀ ਏਡਜ਼ ਫੈਲ ਸਕਦਾ। ਨੈਕਸਟ ਆ, ਜੇਕਰ ਮਾਂ ਨੂੰ ਏਡਜ਼ ਹੈ ਤਾਂ ਉਸਦੇ ਦੁੱਧ ਰਾਹੀਂ। ਅਗਰ ਕਿਸੇ ਲੇਡੀ ਨੂੰ ਬੱਚੇ HIV ਦੀ ਪ੍ਰੋਬਲਮ ਆ, ਏਡਜ਼ ਦੀ ਪ੍ਰੋਬਲਮ ਆ, ਅਗਰ ਉਹ ਆਪਣੇ ਬੱਚੇ ਨੂੰ ਦੁੱਧ ਪਿਲਾਏਗੀ ਤਾਂ ਡੈਫੀਨੇਟਲੀ ਬੱਚੇ ਨੂੰ ਵੀ ਏਡਜ਼ ਹੋ ਸਕਦਾ। ਬਟ ਕੋਵਿਡ ਇਸ ਤਰ੍ਹਾਂ ਨਹੀਂ ਆ। ਕੋਵਿਡ ਵਿੱਚ ਕੀ ਆ, ਅਗਰ ਕਿਸੇ ਮਦਰ ਨੂੰ ਕੋਵਿਡ ਆ, ਠੀਕ ਹੈ, ਕਰੋਨਾ ਆ, ਤਾਂ ਉਹ ਆਪਣੇ ਬੱਚੇ ਨੂੰ ਫੀਡ ਦੇ ਸਕਦੀ ਹੈ, ਦੁੱਧ ਪਿਲਾ ਸਕਦੀ ਹੈ, ਉਹਦੇ ਨਾਲ ਕਰੋਨਾ ਨਹੀਂ ਫੈਲੇਗਾ, ਉਹਦੇ ਨਾਲ ਉਹਦੇ ਬੱਚੇ ਨੂੰ ਕਰੋਨਾ ਨਹੀਂ ਹੋਏਗਾ। ਠੀਕ ਹੈ, ਅਦਰਵਾਈਜ਼ ਹੋਰ ਬਾਕੀ ਉਹਨਾਂ ਨੂੰ ਪ੍ਰੀਕਾਸ਼ਨਸ ਲੈਣੇ ਪੈਣਗੇ, ਉਹਨਾਂ ਨੂੰ ਖੁਦ ਮਾਸਕ ਲਗਾਉਣਾ ਪਏਗਾ, ਹੱਥ ਬਾਰ-ਬਾਰ ਸੈਨੀਟਾਈਜ਼ ਕਰਨੇ ਪੈਣਗੇ। ਪਰ ਏਡਜ਼ ਦੇ ਮਾਮਲੇ ਦੇ ਵਿੱਚ ਕੀ ਆ ਕਿ ਕੋਈ ਵੀ ਮਦਰ ਆਪਣੇ ਬੱਚੇ ਨੂੰ ਫੀਡ ਨਹੀਂ ਦੇ ਪਾਏਗੀ। ਠੀਕ ਹੈ, ਅੱਗੇ ਦੇਖੋ, ਇਹਦੇ ਨਾਲ ਬਾਰ-ਬਾਰ ਕਹਿ ਲਓ ਪ੍ਰੋਬਲਮਸ ਆਉਂਦੀਆਂ ਆ। ਡਰੱਗਸ ਦੇ ਇਸਤੇਮਾਲ ਕਰਨ ਦੇ ਨਾਲ ਵੀ, ਜਾਂ ਜਿਹੜੀਆਂ ਕਹਿ ਲਓ ਸੂਈਆਂ ਆ, ਡਰੱਗਸ ਦੇ ਇਸਤੇਮਾਲ ਕਰਨ ਦੇ ਨਾਲ ਵੀ ਜਿਹੜਾ ਏਡਜ਼ ਫੈਲ ਸਕਦਾ। ਸੋ ਬੇਸਿਕਲੀ ਬੱਚੇ ਦੇ ਸਿੰਪਟਮਸ ਕੀ ਆ, ਸਾਨੂੰ ਕਿੱਦਾਂ ਪਤਾ ਲੱਗੇਗਾ ਵੀ ਏਡਜ਼ ਹੈ ਕਿ ਨਹੀਂ ਹੈ? ਠੀਕ ਹੈ, ਪਹਿਲੀ ਗੱਲ ਤਾਂ ਤੁਹਾਡੇ ਸੈੱਲ ਘਟ ਜਾਣਗੇ। ਕਿਹੜੇ ਸੈੱਲ? T ਔਰ CD4 ਸੈੱਲਸ। ਠੀਕ ਹੈ, ਜੇ ਇਹਨਾਂ ਦੀ ਘਾਟ ਹੋ ਗਈ ਤੁਹਾਡੇ ਸਰੀਰ ਦੇ ਅੰਦਰ ਤਾਂ ਇਹ ਇੱਕ ਸਿੰਪਟਮ ਹੁੰਦਾ ਆ ਕਿ ਮੇ ਬੀ ਏਡਜ਼ ਦੀ ਪ੍ਰੋਬਲਮ ਆ। ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਘਟ ਜਾਂਦੀ ਆ। ਇਟ ਮੀਨਸ ਕਿ ਇਮਿਊਨਿਟੀ ਘਟ ਜਾਂਦੀ ਆ। ਖੰਘ, ਜ਼ੁਕਾਮ, ਬੁਖਾਰ, ਇਹ ਚੀਜ਼ਾਂ ਬਹੁਤ ਜਲਦੀ ਫੜ ਲੈਣਗੀਆਂ। ਅੱਗੇ ਕੀ ਆ, ਭਾਰ ਦੀ ਕਮੀ ਹੋ ਜਾਂਦੀ ਹੈ, ਅਚਾਨਕ ਹੀ ਤੁਹਾਡਾ weight loss ਹੋ ਜਾਂਦਾ ਆ। ਨੈਕਸਟ, ਤੁਹਾਡੇ ਬੋਡੀ ਦੇ ਵਿੱਚ, ਤੁਹਾਡੇ ਬਲੱਡ ਦੇ ਅੰਦਰ ਬੱਚੇ ਪਲੇਟਲੈਟਸ ਹੁੰਦੇ ਆ। ਜਿਹੜੇ ਸਾਇੰਸ ਵਾਲੇ ਸਟੂਡੈਂਟਸ ਆ ਉਹਨਾਂ ਨੂੰ ਪਤਾ ਹੋਏਗਾ ਕਿ ਬਲੱਡ ਦੇ ਅੰਦਰ ਪਲੇਟਲੈਟਸ ਹੁੰਦੇ ਆ, ਉਹਨਾਂ ਦੀ ਜਿਹੜੀ ਆ ਕੁਆਂਟੀਟੀ ਆ ਉਹ ਅਚਾਨਕ ਘਟ ਜਾਂਦੀ ਆ। ਲਾਸਟ ਵਨ ਇਜ਼ ਲਗਾਤਾਰ ਬੁਖਾਰ ਦੇ ਨਾਲ ਡਾਇਰੀਆ। ਠੀਕ ਹੈ, ਕੰਟੀਨਿਊਸਲੀ ਉਹਨਾਂ ਨੂੰ ਬੁਖਾਰ ਚੜ੍ਹਦਾ ਰਹਿੰਦਾ ਹੈ ਤੇ ਡਾਇਰੀਆ ਦੀ ਪ੍ਰੋਬਲਮ ਹੋ ਜਾਂਦੀ ਆ। ਸੋ ਦਿਸ ਇਜ਼ ਦ ਮੋਸਟ ਇੰਪੋਰਟੈਂਟ ਟੋਪਿਕ। ਮੋਸਟ ਇੰਪੋਰਟੈਂਟ ਹੈ, ਬੱਚੇ ਨੂੰ ਧਿਆਨ ਨਾਲ ਲਰਨ ਕਰਨਾ। ਸਮਟਾਈਮ 1 ਮਾਰਕਸ ਦਾ ਕੁਐਸਚਨ ਆ ਜਾਂਦਾ ਹੁੰਦਾ ਹੈ ਕਿ ਵਟ ਇਜ਼ ਦ ਫੁੱਲ ਫਾਰਮ ਆਫ ਏਡਜ਼? ਏਡਜ਼ ਇਜ਼ ਐਕਵਾਇਰਡ ਇਮਿਊਨੋ ਡੈਫੀਸ਼ੀਐਂਸੀ ਸਿੰਡਰੋਮ। HIV ਆ ਸਕਦਾ ਆ, ਹਿਊਮਨ ਇਮਿਊਨ ਡੈਫੀਸ਼ੀਐਂਸੀ ਵਾਇਰਸ। ਠੀਕ ਹੈ, ਸੋ ਇਹ ਵੀ ਬੱਚੇ ਵਾਇਰਸ ਆ। ਸੋ ਜਿੰਨੇ ਵੀ ਵਾਇਰਸ ਹੁੰਦੇ ਆ ਇਹਨਾਂ ਨੂੰ ਕੰਟਰੋਲ ਕਰਨਾ ਥੋੜ੍ਹਾ ਜਿਹਾ ਡਿਫਿਕਲਟ ਹੁੰਦਾ ਆ। ਸੋ ਜਿੰਨੇ ਵੀ ਵਾਇਰਸ ਆ ਮੋਸਟ ਪ੍ਰੋਬੇਬਲੀ ਬੱਚੇ ਆਪਾਂ ਡੇਂਜਰਸ ਦੇ ਵਿੱਚ ਹੀ ਕਾਊਂਟ ਕਰਦੇ ਹਾਂ। ਸੋ ਸੇਮ ਹੀ ਆ ਵੀ ਉਹ ਕਿੱਦਾਂ ਸਪਰੈਡ ਹੁੰਦਾ ਆ ਅਤੇ ਉਹਦੇ ਕੀ ਸਿੰਪਟਮਸ ਆ। ਕਲੀਅਰ ਹੋ ਗਿਆ? ਸੋ ਅੱਜ ਦਾ ਸਾਡਾ 4th ਕੁਐਸਚਨ ਸੀ। ਅਗਰ ਕਿਸੇ ਵਰਡਿੰਗ ਦੇ ਵਿੱਚ ਜਾਂ ਕਿਤੇ ਕੋਈ ਦਿੱਕਤ ਆਈ ਹੋਵੇ ਤਾਂ ਤੁਸੀਂ ਪੁੱਛ ਸਕਦੇ ਆ। ਸੋ ਦਿਸ ਇਜ਼ ਦ ਲਾਸਟ ਕੁਐਸਚਨ ਆਫ ਦਿਸ ਵੀਡੀਓ। Give a brief account of a factors that lead a green revolution. Green revolution ਕੀ ਆ ਬੱਚੇ? ਜਦੋਂ ਫੂਡ ਦੀ ਪ੍ਰੋਡਕਸ਼ਨ ਅਚਾਨਕ ਵੱਧ ਗਈ ਉਹਨੂੰ green revolution ਬੋਲਦੇ ਆ। Green revolution refers to increase in the food production. ਠੀਕ ਹੈ, many factors lead to the green revolution. Green revolution ਨੂੰ ਬਹੁਤ ਸਾਰੇ factors ਆ ਜੋ lead ਕਰਦੇ ਆ। Number 1, use of advanced technology, new development like a farm machines. ਠੀਕ ਹੈ, ਬਹੁਤ ਸਾਰੀਆਂ ਟੈਕਨੋਲੋਜੀਜ਼ ਜਿਹੜੀਆਂ ਆ ਗਈਆਂ। ਤੁਹਾਨੂੰ ਪਤਾ ਕਿ ਟਰੈਕਟਰਸ ਆ ਗਏ, ਹੁਣ
ਜਦੋਂ ਮਸ਼ੀਨ ਆਪਣੀ ਕਣਕ ਪੱਕ ਜਾਂਦੀ ਆ ਤਾਂ ਮਸ਼ੀਨਸ ਯੂਜ਼ ਕੀਤੀਆਂ ਜਾਂਦੀਆਂ ਆ। ਸੋ ਮਸ਼ੀਨਸ ਯੂਜ਼ ਕੀਤੀਆਂ ਜਾਂਦੀਆਂ। ਯੂਜ਼ ਆਫ ਬੈਟਰ ਵੈਰਾਈਟੀ ਆਫ ਸੀਡਸ ਜਿਹੜੇ ਆ ਬੱਚੇ ਹਾਈਬ੍ਰਿਡ ਸੀਡਸ ਯੂਜ਼ ਕੀਤੇ ਜਾਂਦੇ ਆ, ਜਿਹਦੇ ਨਾਲ ਕਹਿ ਲਓ ਡਿਵੈਲਪਮੈਂਟ ਹੋ ਰਹੀ ਆ। ਯੂਜ਼ ਆਫ ਕੈਮੀਕਲ ਫਰਟੀਲਾਈਜ਼ਰਸ ਟੂ ਇਨਕਰੀਜ਼ ਦ ਸੋ ਬਹੁਤ ਸਾਰੇ ਫਰਟੀਲਾਈਜ਼ਰਸ ਯੂਜ਼ ਕੀਤੇ ਜਾ ਰਹੇ ਆ, ਜਿਹਦੇ ਨਾਲ ਕਹਿ ਲਓ ਕੈਮੀਕਲ ਫਰਟੀਲਾਈਜ਼ਰਸ ਯੂਜ਼ ਕੀਤੇ ਜਾ ਰਹੇ ਆ। ਜਿਹੜੀ ਸੋਇਲ ਦੇ ਵਿੱਚ ਕੋਈ ਮੰਨ ਲਓ ਕੀੜਾ ਲੱਗ ਗਿਆ, ਭੌਣ ਲੱਗ ਗਿਆ, ਤਾਂ ਉਹਨੂੰ ਮਿੱਟੀ ਦੇ ਵਿੱਚ ਹੀ ਮਾਰ ਦਿੱਤਾ ਜਾਂਦਾ ਆ, ਤਾਂ ਤੁਹਾਡੀ ਜਿਹੜੀ ਆ ਪੈਦਾਵਾਰ ਆ ਉਹ ਇਨਕਰੀਜ਼ ਹੋ ਜਾਂਦੀ ਆ। ਯੂਜ਼ ਆਫ ਪੈਸਟੀਸਾਈਡਸ, ਬਹੁਤ ਸਾਰੇ ਕੀੜੇ ਮਾਰ ਵਾਲੀ ਜਿਹੜੀਆਂ ਦਵਾਈਆਂ ਆ ਉਹ ਉੱਪਰ ਦੀ ਛਿੜਕੀਆਂ ਜਾਂਦੀਆਂ ਆ ਤਾਂ ਕਿ ਉਹਨੂੰ ਕੋਈ ਕੀੜਾ ਨਾ ਲੱਗੇ, ਤਾਂ ਸਾਡੀ ਫਸਲ ਆ ਉਹਦੀ ਜਿਹੜੀ ਆ ਪ੍ਰੋਡਕਸ਼ਨ ਆ ਉਹ ਵੀ ਵੱਧ ਤੋਂ ਵੱਧ ਹੋਵੇ। ਲਾਸਟ ਵਨ ਆ ਯੂਜ਼ ਆਫ ਬੈਟਰ ਇਰੀਗੇਸ਼ਨ ਗੈਜਟਸ, ਇਲੈਕਟ੍ਰਿਕ ਪਾਵਰ। ਠੀਕ ਹੈ, ਸੋ ਅਸੀਂ ਬਿਜਲੀ ਰਾਹੀਂ ਜਿਹੜੀ ਆਪਣੀਆਂ ਫਸਲਾਂ ਨੂੰ ਪਾਣੀ ਦਿੰਦੇ ਹਾਂ, ਸਿੰਚਾਈ ਕਰਦੇ ਹਾਂ, ਪਾਣੀ ਦਿੰਦੇ ਹਾਂ, ਉਹ ਇਲੈਕਟ੍ਰਿਕ ਮੋਟਰਸ ਰਾਹੀਂ ਦਿੰਦੇ ਹਾਂ। ਕਿੱਥੇ ਬੱਚੇ ਖੁਦ ਨਲਕਾ ਗੇੜ ਕੇ ਅਸੀਂ ਕਿਸੇ ਨੂੰ ਪਾਣੀ ਦੇਣਾ ਆ ਖੇਤਾਂ ਨੂੰ, ਤਾਂ ਇਟਸ ਟੂ ਡਿਫੀਕਲਟ ਅਗਰ ਅਸੀਂ ਲਾਰਜ ਅਮਾਊਂਟ 'ਤੇ ਖੇਤੀਬਾੜੀ ਕਰ ਰਹੇ ਹਾਂ। ਸੋ ਅਸੀਂ ਕੀ ਆ ਸਿੰਚਾਈ ਦੇ ਵਧੇਰੇ ਸਾਧਨਾਂ ਦੀ ਵਰਤੋਂ ਕਰ ਰਹੇ ਹਾਂ। ਠੀਕ ਹੈ, ਸੋ ਪੰਜਾਬੀ ਮੀਡੀਅਮ ਦੇ ਵਿੱਚ ਵੀ ਸੇਮ ਆ ਬੱਚੇ, ਨਿਊ ਆਧੁਨਿਕ ਤਕਨੀਕਾਂ ਦੀ ਅਸੀਂ ਵਰਤੋਂ ਕਰ ਰਹੇ ਹਾਂ, ਚੰਗੇ ਬੀਜਾਂ ਦਾ ਵਰਤੋਂ ਕਰ ਰਹੇ ਹਾਂ, ਦੈਨ ਰਸਾਇਣਿਕ ਖਾਦਾਂ ਦੀ ਵਰਤੋਂ ਕਰ ਰਹੇ ਹਾਂ, ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰ ਰਹੇ ਹਾਂ, ਅਤੇ ਅਸੀਂ ਇਲੈਕਟ੍ਰੀਕਲ ਪਾਵਰਸ ਯੂਜ਼ ਕਰ ਰਹੇ ਹਾਂ ਆਪਣੀ ਖੇਤਾਂ ਦੇ ਲਈ। ਸੋ ਇੱਥੋਂ ਜਿਹੜੀ ਆ ਗ੍ਰੀਨ ਰੈਵੋਲੂਸ਼ਨ ਦੇ ਵਿੱਚ ਇਨਕਰੀਜ਼ ਹੋਇਆ ਬਹੁਤ ਜ਼ਿਆਦਾ। ਸੋ ਬੱਚੇ ਇਸ ਵੀਡੀਓ ਦੇ ਵਿੱਚ ਅਸੀਂ 3 ਮਾਰਕਸ ਦੇ ਕੁਐਸਚਨਸ ਪ੍ਰਿਪੇਅਰ ਕੀਤੇ ਆ, ਜਿਹੜੇ ਕਿ ਸਾਡੇ 5 ਕੁਐਸਚਨਸ ਆ। ਅਗਰ ਕਿਸੇ ਵੀ ਕੁਐਸਚਨ ਦੇ ਵਿੱਚ ਕੋਈ ਪ੍ਰੋਬਲਮ ਹੋਵੇ, ਕੁਛ ਨਾ ਸਮਝ ਲੱਗਿਆ ਹੋਵੇ, ਤਾਂ ਤੁਸੀਂ ਪੁੱਛ ਸਕਦੇ ਆ। ਥੈਂਕ ਯੂ ਸੋ ਮਚ।